ਵੈਲਕਮ ਹੈ ਦੋਸਤੋ ਤੁਹਾਡਾ ਸਾਡੇ ਚੈਨਲ ਮਾਲਾ ਮਣਕੇ ਉੱਤੇ। ਕਿਤਾਬ ਵਿਆਖਿਆ ਵਿਸ਼ਲੇਸ਼ਣ, ਲੇਖਕ ਨਰਿੰਦਰ ਸਿੰਘ ਕਪੂਰ। ਲੇਖ ਸੜ ਗਈ ਕਿ ਸਾੜ ਦਿੱਤੀ। ਘਰ ਵਿੱਚ ਨੂੰਹ ਦੀਆਂ ਜੜ੍ਹਾਂ ਲੱਗਣ ਜਾਂ ਨਾ ਲੱਗਣ ਦੀ ਜ਼ਿੰਮੇਵਾਰੀ ਬਹੁਤ ਕਰਕੇ ਸੱਸ ਉੱਤੇ ਨਿਰਭਰ ਹੁੰਦੀ ਹੈ। ਜੇ ਸੱਸ ਆਪਣੇ ਪੁੱਤਰ ਦਾ ਵਿਆਹ ਕਿਧਰੇ ਹੋਰ ਮਨਚਾਹੀ ਥਾਂ ਉੱਤੇ ਕਰਨ ਵਿੱਚ ਅਸਫਲ ਹੋਈ ਹੋਵੇ ਅਤੇ ਉਸ ਦੇ ਪੁੱਤਰ ਦਾ ਵਿਆਹ ਉਸ ਦੀ ਮਰਜ਼ੀ ਵਾਲੀ ਥਾਂ ਉੱਤੇ ਨਾ ਹੋਇਆ ਹੋਵੇ ਤਾਂ ਨੂੰਹ ਭਾਵੇਂ ਕਿੰਨਾ ਵੀ ਦਾਜ ਲੈ ਆਵੇ, ਉਸ ਦੀਆਂ ਜੜ੍ਹਾਂ ਲੱਗਣ ਦੀ ਸੰਭਾਵਨਾ ਬਹੁਤੀ ਨਹੀਂ ਹੁੰਦੀ। ਜਦੋਂ ਦੋ ਵੱਖ-ਵੱਖ ਧੰਦਿਆਂ ਵਾਲੇ ਟੱਬਰ ਧੀ ਦਾ ਆਦਾਨ ਪ੍ਰਦਾਨ ਕਰਦੇ ਹਨ ਤਾਂ ਉਹਨਾਂ ਨੂੰ ਸੁਭਾਵਿਕ ਹੀ ਜ਼ਿੰਦਗੀ ਦੇ ਕਈ ਅਣਸੁਖਾਵੇਂ ਅਨੁਭਵ ਮਿਲਦੇ ਹਨ। ਜਿਹੜੇ ਪਤੀਆਂ ਦੀ ਸ਼ਖਸੀਅਤ ਸੁੰਗੜੀ ਹੋਈ ਅਤੇ ਉਪਜੀਵਿਕਾ ਮਾਪਿਆਂ ਉੱਤੇ ਨਿਰਭਰ ਹੋਵੇ, ਉਹ ਸੁਤੰਤਰ ਸੋਚਣੀ ਦੀ ਅਣਹੋਂਦ ਕਾਰਨ ਘਰੇਲੂ ਸਮੱਸਿਆਵਾਂ ਸੁਲਝਾਉਣ ਦੀ ਥਾਂ ਹੋਰ ਅਤੇ ਨਵੀਆਂ ਸਮੱਸਿਆਵਾਂ ਪੈਦਾ ਕਰਦੇ ਹਨ। ਸਮੱਸਿਆਵਾਂ ਉਪਜਾਉਣ ਦੇ ਪੱਖੋਂ ਇਕਲੌਤੇ ਲਾਡਲੇ ਪੁੱਤਰ ਮੋਹਰੀ ਹੁੰਦੇ ਹਨ। ਪ੍ਰਸ਼ਨ ਉੱਠਦਾ ਹੈ ਕਿ ਦਾਜ ਦੀ ਪ੍ਰਥਾ ਇਤਨੀ ਹੰਢਣਸਾਰ ਕਿਉਂ ਹੈ। ਪ੍ਰਤੀਤ ਹੁੰਦਾ ਹੈ ਕਿ ਇਸ ਰਸਮ ਦਾ ਆਧਾਰ ਪੁਰਾਤਨ ਜੀਵਨ ਢੰਗ ਹੈ। ਸਾਮੰਤਵਾਦੀ ਯੁੱਗ ਦੀ ਇਹ ਰਸਮ ਪੂੰਜੀਵਾਦੀ ਯੁੱਗ ਵਿੱਚ ਇਕਸੁਰ ਨਹੀਂ ਹੋ ਸਕੀ। ਲਾੜਾ ਘੋੜੀ ਉੱਤੇ ਬੈਠ ਕੇ, ਤਲਵਾਰ ਫੜ ਕੇ, ਕਲਗੀ ਸਜਾ ਕੇ, ਛਤਰ ਚਲਾ ਕੇ ਆਪਣੇ ਘਰੋਂ ਉਵੇਂ ਹੀ ਨਿਕਲਦਾ ਹੈ ਜਿਵੇਂ ਪੁਰਾਤਨ ਰਾਜਾ ਜਾਂ ਰਾਜਕੁਮਾਰ ਜੰਗ ਦੇ ਮੈਦਾਨ ਲਈ ਨਿਕਲਿਆ ਕਰਦਾ ਸੀ। ਬੈਂਡ ਵਾਜਾ ਰਾਜਕੁਮਾਰ ਦੀ ਸ਼ਾਨੋ ਸ਼ੌਕਤ ਅਰਥਾਤ ਨਗਾਰੇ ਦਾ ਪ੍ਰਤੀਕ ਹੈ। ਬਰਾਤੀ ਅਸਲ ਵਿੱਚ ਉਸ ਦੇ ਸਲਾਹਕਾਰ ਅਰਥਾਤ ਦਰਬਾਰੀ ਹਨ। ਔਰਤਾਂ ਉਸ ਸਮੇਂ ਜੰਗ ਵਿੱਚ ਨਹੀਂ ਜਾਂਦੀਆਂ ਸਨ। ਹੁਣ ਵੀ ਪਰੰਪਰਾਗਤ ਟੱਬਰਾਂ ਵਿੱਚ ਬਰਾਤ ਵਿੱਚ ਨਹੀਂ ਜਾਂਦੀਆਂ। ਮਾਂ ਪੁੱਤਰ ਨੂੰ ਅਸੀਸ ਦਿੰਦੀ ਹੈ ਕਿ ਜਿੱਤ ਕੇ ਆਵੀਂ। ਬਰਾਤ ਹਮਲਾਵਰ ਫੌਜ ਵਾਂਗ ਅੱਗੇ ਵੱਧਦੀ ਹੈ। ਦੂਜੇ ਪਾਸੇ ਲੜਕੀ ਵਾਲਿਆਂ ਦਾ ਵਿਹਾਰ ਵੀ ਪੁਰਾਤਨ ਰਵਾਇਤਾਂ ਦਾ ਪ੍ਰਤੀਕ ਹੈ। ਕੁੜੀ ਵਾਲਿਆਂ ਦਾ ਮੰਡਪ ਅਸਲ ਵਿੱਚ ਦੂਜੇ ਰਾਜੇ ਦਾ ਪ੍ਰਤੀਕ ਹੁੰਦਾ ਹੈ, ਜਿਸ ਉੱਤੇ ਰਾਜਕੁਮਾਰ ਹਮਲੇ ਦੀ ਵਿਧੀ ਅਨੁਸਾਰ ਆਉਂਦਾ ਹੈ। ਇਸ ਸਥਿਤੀ ਵਿੱਚ ਦੋ ਹੀ ਰਾਹ ਹਨ। ਦੂਜਾ ਰਾਜਾ ਯਾਨੀ ਧੀ ਦਾ ਪਿਓ ਜਾਂ ਤਾਂ ਮੁਕਾਬਲਾ ਕਰੇ ਤੇ ਜਾਂ ਈਨ ਮੰਨ ਜਾਵੇ। ਲੜਕੀ ਵਾਲੇ ਈਨ ਮੰਨਣ ਵਾਲੀਆਂ ਸਾਰੀਆਂ ਰਸਮਾਂ ਨਿਭਾਉਂਦੇ ਹਨ। ਉਹ ਹਮਲਾਵਰਾਂ ਨੂੰ ਆਪਣੀ ਹੱਦ ਤੋਂ ਬਾਹਰ ਆ ਕੇ ਜੀ ਆਇਆਂ ਨੂੰ ਆਖਦੇ ਹਨ। ਧੀ ਦਾ ਪਿਓ ਈਨ ਨੂੰ ਪੱਕਾ ਕਰਨ ਲਈ ਰਾਜੇ ਦੇ ਗਲ ਵਿੱਚ ਜਿੱਤ ਅਤੇ ਸਵਾਗਤ ਦੇ ਹਾਰ ਪਾਉਂਦਾ ਹੈ ਅਤੇ ਆਪਣੀ ਸਭ ਤੋਂ ਕੀਮਤੀ ਚੀਜ਼ ਧੀ ਭੇਟ ਕਰਕੇ ਰਾਜਕੁਮਾਰ ਨੂੰ ਆਪਣਾ ਜਵਾਈ ਬਣਾਉਂਦਾ ਹੈ, ਅਰਥਾਤ ਆਪਣੀ ਅਧੀਨਗੀ ਅਤੇ ਨੀਵਾਂ ਹੋਣ ਦੀ ਸਪਸ਼ਟ ਘੋਸ਼ਣਾ ਕਰਦਾ ਹੈ। ਜਿੱਤ ਦੀ ਖੁਸ਼ੀ ਵਿੱਚ ਦਾਵਤਾਂ ਉੱਡਦੀਆਂ ਹਨ ਅਤੇ ਰਾਜਕੁਮਾਰ ਅਤੇ ਉਸ ਦੇ ਦਰਬਾਰੀਆਂ ਆਦਿ ਦੇ ਉੱਥੇ ਆਉਣ ਦੇ ਕਸ਼ਟ ਵਜੋਂ ਦਾਜ ਦੀ ਸ਼ਕਲ ਵਿੱਚ ਜੁਰਮਾਨਾ ਅਤੇ ਹਰਜਾਨਾ ਤਾਰਿਆ ਜਾਂਦਾ ਹੈ ਅਤੇ ਰਿਸ਼ਤੇਦਾਰ ਨਜ਼ਰਾਨਾ ਭੇਟ ਕਰਦੇ ਹਨ। ਵਿਆਹ ਅਤੇ ਦਾਜ ਦਾ ਉਪਰੋਕਤ ਸਰੂਪ ਇੱਕ ਇਤਿਹਾਸਕ ਰਸਮ ਦੇ ਪਿਛੋਕੜ ਦੀ ਮਨੋਵਿਗਿਆਨਕ ਵਿਆਖਿਆ ਹੈ। ਨੂੰਹਾਂ ਦੇ ਸੜ ਮਰਨ ਜਾਂ ਉਹਨਾਂ ਨੂੰ ਸਾੜ ਦੇਣ ਦੀਆਂ ਅਜੋਕੀਆਂ ਘਟਨਾਵਾਂ ਤੇ ਬਹੁਤੇ ਕਾਰਨ ਆਰਥਿਕ ਅਤੇ ਰਾਜਨੀਤਿਕ ਹੀ ਹਨ। ਆਧੁਨਿਕ ਸਮਾਜ ਵਿੱਚ ਰਿਸ਼ਤੇ ਆਰਥਿਕ ਹਨ। ਧੀ ਨੂੰ ਪੁੱਤਰ ਦੇ ਮੁਕਾਬਲੇ ਆਰਥਿਕ ਅਤੇ ਰਾਜਨੀਤਿਕ ਪੱਖੋਂ ਘੱਟ ਉਪਜਾਊ ਅਤੇ ਘੱਟ ਮਹੱਤਵਪੂਰਨ ਸਮਝਿਆ ਜਾਂਦਾ ਹੈ। ਵਿਆਹ ਸਮੇਂ ਇਸ ਘੱਟ ਉਪਜਾਊ ਅਤੇ ਲਗਭਗ ਮਹੱਤਵਹੀਣ ਜੀਅ ਦਾ ਹੀ ਵਟਾਂਦਰਾ ਹੁੰਦਾ ਹੈ। ਬਾਕੀ ਸਭ ਕੁਝ ਉਵੇਂ ਕਿਵੇਂ ਰਹਿੰਦਾ ਹੈ। ਜਿਹੜਾ ਘਰ ਧੀ ਨੂੰ ਤੋਰਦਾ ਹੈ ਉਹ ਇੱਕ ਆਰਥਿਕ ਜ਼ਿੰਮੇਵਾਰੀ ਤੋਂ ਮੁਕਤ ਹੋ ਰਿਹਾ ਹੁੰਦਾ ਹੈ, ਜਦੋਂ ਕਿ ਉਸ ਨੂੰ ਸਵੀਕਾਰ ਕਰਨ ਵਾਲਾ ਘਰ ਆਰਥਿਕ ਜ਼ਿੰਮੇਵਾਰੀ ਚੁੱਕ ਰਿਹਾ ਹੁੰਦਾ ਹੈ। ਇਸ ਜ਼ਿੰਮੇਵਾਰੀ ਦੀ ਤਬਦੀਲੀ ਦੇ ਇਵਜ਼ਾਨੇ ਵਿੱਚ ਦਾਜ ਦਿੱਤਾ ਜਾਂਦਾ ਹੈ, ਅਰਥਾਤ ਇੱਕ ਮਹੱਤਵਹੀਣ ਜੀਅ ਨੂੰ ਦਾਜ ਨਾਲ ਮਹੱਤਵਪੂਰਨ ਬਣਾਇਆ ਜਾਂਦਾ ਹੈ। ਦਾਜ ਦੀ ਪ੍ਰਥਾ ਨੂੰ ਜਾਰੀ ਰੱਖਣ ਲਈ ਪ੍ਰਚਾਰ ਇਹ ਕੀਤਾ ਜਾਂਦਾ ਹੈ ਕਿ ਵਿਆਹ ਤੋਂ ਬਿਨਾਂ ਔਰਤ ਸੰਪੂਰਨ ਨਹੀਂ ਹੁੰਦੀ। ਇੱਕ ਟੱਬਰ ਜੋ ਕੁਝ ਆਪਣੀ ਆਮਦਨ ਵਿੱਚ ਨਹੀਂ ਲੈ ਸਕਦਾ, ਉਹ ਪੁੱਤਰ ਦੇ ਵਿਆਹ ਸਮੇਂ ਦਾਜ ਰਾਹੀਂ ਪ੍ਰਾਪਤ ਕਰਨ ਦਾ ਉਪਰਾਲਾ ਕਰਦਾ ਹੈ। ਧੀਆਂ ਨੂੰ ਵੱਧ ਚੜ੍ਹ ਕੇ ਦਾਜ ਦੇਣ ਵਾਲੇ ਮਾਪੇ ਅਸਲ ਵਿੱਚ ਆਪਣੇ ਵਿਆਹੇ ਜਾਣ ਵਾਲੇ ਪੁੱਤਰਾਂ ਦੀ ਵਿਆਹ ਦੀ ਮਾਰਕੀਟ ਵਿੱਚ ਪੈਣ ਵਾਲੇ ਮੁੱਲ ਜਾਂ ਵੱਟੀ ਜਾਣ ਵਾਲੀ ਕੀਮਤ ਵਿੱਚ ਵਾਧਾ ਕਰ ਰਹੇ ਹੁੰਦੇ ਹਨ। ਜਿਨ੍ਹਾਂ ਮਾਪਿਆਂ ਦੇ ਪੁੱਤਰ ਨਹੀਂ ਹੁੰਦੇ, ਉਹ ਮਨੋਵਿਗਿਆਨਕ ਤੌਰ ਉੱਤੇ ਪੁੱਤਰ ਨਾ ਪੈਦਾ ਕਰ ਸਕਣ ਦੀ ਸੂਰਤ ਵਿੱਚ ਆਪਣੀ ਮਰਦਾਨਗੀ ਦੀ ਘਾਟ ਨੂੰ ਖੁੱਲ੍ਹਾ ਖਰਚ ਕਰਕੇ ਜਾਂ ਧੀਆਂ ਨੂੰ ਵੱਧ ਦਾਜ ਦੇ ਕੇ ਆਪਣੇ ਮਰਦਾਊਪਣੇ ਨੂੰ ਸਥਾਪਿਤ ਕਰਦੇ ਹਨ। ਅਜਿਹੇ ਮਾਪੇ ਇਸ ਕਰਕੇ ਵੀ ਵਧੇਰੇ ਖਰਚ ਕਰਦੇ ਹਨ ਕਿਉਂਕਿ ਉਹਨਾਂ ਕੋਲ ਜਾਇਦਾਦ ਸਾਂਭਣ ਵਾਲਾ ਵਾਰਸ ਨਹੀਂ ਹੁੰਦਾ। ਇਵੇਂ ਕੇਵਲ ਧੀਆਂ ਵਾਲੇ ਘਰ ਵਿੱਚ ਰਿਸ਼ਤਾ ਕਰਕੇ ਮੁੰਡੇ ਦੇ ਮਾਪੇ ਅਤੇ ਮੁੰਡਾ ਆਪ ਵੀ ਧੀ ਵਾਲੇ ਘਰ ਦੀ ਜਾਇਦਾਦ ਪ੍ਰਾਪਤ ਕਰਨ ਦੇ ਸੁਪਨੇ ਲੈਂਦਾ ਰਹਿੰਦਾ ਹੈ। ਸਹੁਰੇ ਘਰ ਦਾ ਦਾਜ ਜਾਂ ਝਗੜਾ ਅਸਲ ਵਿੱਚ ਮੁਆਵਜ਼ੇ ਦਾ ਝਗੜਾ ਬਣ ਕੇ ਹੀ ਲੜਿਆ ਜਾਂਦਾ ਹੈ। ਜਿਹੜੀਆਂ ਔਰਤਾਂ ਨੌਕਰੀ ਕਰਦੀਆਂ ਹਨ, ਉਹ ਦਾਜ ਤੋਂ ਇਲਾਵਾ ਮੰਗੇ ਹੋਰ ਮੁਆਵਜ਼ੇ ਦੀ ਅਦਾਇਗੀ
ਉਮਰ ਭਰ ਮਹੀਨੇ ਤਨਖਾਹ ਲਿਆ ਕੇ ਕਰਦੀਆਂ ਹਨ। ਸੋ ਅਜਿਹੀਆਂ ਨੂੰਹਾਂ ਦੀ ਸਥਿਤੀ ਵੱਖਰੀ ਭਾਂਤ ਦੀ ਹੁੰਦੀ ਹੈ। ਨੂੰਹਾਂ ਸਾੜਨ ਜਾਂ ਤੰਗ ਕਰਨ ਦੇ ਬਹੁਤੇ ਝਗੜੇ ਉਹਨਾਂ ਘਰਾਂ ਵਿੱਚ ਹੁੰਦੇ ਹਨ ਜਿੱਥੇ ਦਾਜ ਕੇਵਲ ਇੱਕ ਵਾਰੀ ਹੀ ਮਿਲਦਾ ਹੈ, ਜਦੋਂ ਕਿ ਲਾੜੇ ਵਾਲਾ ਟੱਬਰ ਦਾਜ ਦੀਆਂ ਕਿਸ਼ਤਾਂ ਪ੍ਰਾਪਤ ਕਰਨ ਦੀ ਆਸ ਲਾਈ ਬੈਠਾ ਹੁੰਦਾ ਹੈ। ਜਿੱਥੇ ਨੂੰਹਾਂ ਤਨਖਾਹ ਲਿਆਉਂਦੀਆਂ ਹਨ ਉੱਥੇ ਤਨਖਾਹ ਦੇ ਸਹਾਰੇ ਹੀ ਉਹਨਾਂ ਦਾ ਕੁਝ ਮਾਣ ਸਤਿਕਾਰ ਹੁੰਦਾ ਹੈ। ਸਭ ਕੁਝ ਦੇ ਬਾਵਜੂਦ ਅਜਿਹੀ ਨੂੰਹ ਦਾ ਦਰਜਾ ਵੀ ਘਰ ਵਿੱਚ ਬਰਾਬਰੀ ਉੱਤੇ ਨਹੀਂ, ਰਾਜੇ ਅਤੇ ਪ੍ਰਜਾ ਦੇ ਸਿਧਾਂਤ ਉੱਤੇ ਉਸਰਿਆ ਹੁੰਦਾ ਹੈ। ਜਿੱਥੇ ਵਿਆਹ ਉਪਰੰਤ ਹੋਰ ਮੁਆਵਜ਼ਿਆਂ ਦੀ ਸੰਭਾਵਨਾ ਨਹੀਂ ਹੁੰਦੀ ਉੱਥੇ ਔਰਤ ਨੂੰ ਦਾਸੀ ਅਤੇ ਸੇਵਾਦਾਰਨੀ ਹੀ ਸਮਝਿਆ ਜਾਂਦਾ ਹੈ। ਜਿੱਥੇ ਬਰਾਤੀ ਹੀ ਕੁੜੀ ਵਾਲਿਆਂ ਦੇ ਪ੍ਰਬੰਧ ਜਾਂ ਦਾਜ ਵਿੱਚ ਘੁਣਤਰਾਂ ਕੱਢਣ ਲੱਗ ਪੈਣ ਉੱਥੇ ਸਹੁਰਿਆਂ ਵੱਲੋਂ ਧੀ ਨੂੰ ਕਈ ਢੰਗਾਂ ਨਾਲ ਤੰਗ ਕੀਤਾ ਜਾਣਾ ਬੜਾ ਸੁਭਾਵਿਕ ਹੁੰਦਾ ਹੈ। ਨੂੰਹ ਨੂੰ ਤੰਗ ਕਰਨ ਦੇ ਨਵੇਂ ਤੋਂ ਨਵੇਂ ਢੰਗ ਸੁਣਨ ਵਿੱਚ ਆ ਰਹੇ ਹਨ। ਜਿਸ ਅਨਪੜ੍ਹ ਟੱਬਰ ਵਿੱਚ ਪੜ੍ਹੀ ਲਿਖੀ ਨੂੰਹ ਆ ਜਾਏ ਉੱਥੇ ਸਾਰਾ ਟੱਬਰ ਹੀ ਉਸ ਨੂੰ ਅਨਪੜ੍ਹ ਸਿੱਧ ਕਰਨ ਲਈ ਕਮਰ ਕੱਸੇ ਕਰ ਲੈਂਦਾ ਹੈ। ਮੰਨੀਏ ਭਾਵੇਂ ਨਾ, ਹਰ ਸਹੁਰਾ ਟੱਬਰ ਨੂੰਹ ਨੂੰ ਈਣ ਮੰਨਣ ਲਈ ਮਜਬੂਰ ਕਰਦਾ ਹੈ। ਕਈ ਟੱਬਰਾਂ ਵਿੱਚ ਸਾਰੇ ਮਰਦ ਨੂੰਹ ਦੇ ਆਸ਼ਕ ਬਣ ਜਾਂਦੇ ਹਨ ਅਤੇ ਉਸ ਦੇ ਪਤੀ ਵੱਲੋਂ ਕਿਸੇ ਪ੍ਰਕਾਰ ਦੇ ਰੋਸ ਦਾ ਅਸਲ ਕਾਰਨ ਉਹ ਨੂੰਹ ਨੂੰ ਹੀ ਮਿੱਥਦੇ ਹਨ। ਜਿੱਧਰ ਕਿਧਰੇ ਵੀ ਨੂੰਹ ਕੋਈ ਸੁਧਾਰ ਕਰਨਾ ਚਾਹੇ ਤਾਂ ਸਾਰੇ ਰਲ ਕੇ ਉਸ ਦੀ ਸਿਆਣਪ ਨੂੰ ਮੂਰਖਤਾ ਸਿੱਧ ਕਰਦੇ ਹਨ। ਪਤੀ ਦੀ ਗੈਰ ਹਾਜ਼ਰੀ ਵਿੱਚ ਨੂੰਹ ਦੀ ਹਰ ਹਰਕਤ ਨੂੰ ਇੱਕ ਕੁਚੱਜਾ ਕਰਮ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਉਪਰੋਕਤ ਸਾਰੀਆਂ ਕਾਰਵਾਈਆਂ ਨੂੰਹ ਨੂੰ ਅਪਰਵਾਨ ਕੀਤੀਆਂ ਜਾਣ ਵਾਲੀਆਂ ਕਾਤਰਾਂ ਹਨ। ਸਾੜੀਆਂ ਜਾਣ ਵਾਲੀਆਂ ਨੂੰਹਾਂ ਦੀ ਬਹੁ ਗਿਣਤੀ ਅਜਿਹੀਆਂ ਬੇਵਸ ਔਰਤਾਂ ਦੀ ਹੁੰਦੀ ਹੈ ਜਿਨ੍ਹਾਂ ਦੇ ਮਾਪੇ ਅਤੇ ਪਰਿਵਾਰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਪੱਖੋਂ ਗਏ ਗੁਜ਼ਰੇ ਹੁੰਦੇ ਹਨ। ਜਿਨ੍ਹਾਂ ਨੂੰਹਾਂ ਦੇ ਭਰਾ ਨਹੀਂ ਹੁੰਦੇ ਜਾਂ ਛੋਟੇ ਹੁੰਦੇ ਹਨ ਉੱਥੇ ਨੂੰਹਾਂ ਨੂੰ ਤੰਗ ਕੀਤੇ ਜਾਣਾ ਔਖਾ ਨਹੀਂ ਹੁੰਦਾ। ਅਜਿਹੇ ਪਰਿਵਾਰਾਂ ਨੇ ਆਪਣੇ ਰਿਸ਼ਤੇਦਾਰੀ ਵਿੱਚ ਕਿਸੇ ਉਸ ਪਰਿਵਾਰ ਦੀ ਉਦਾਹਰਣ ਸਾਹਮਣੇ ਰੱਖੀ ਹੁੰਦੀ ਹੈ ਜਿੱਥੇ ਨੂੰਹ ਚੋਖਾ ਦਾਜ ਲੈ ਕੇ ਆਈ ਹੁੰਦੀ ਹੈ। ਜਿਹੜੇ ਮਾਪੇ ਆਪਣੇ ਕੁੜਮਾਂ ਦੀਆਂ ਮੰਗਾਂ ਪੂਰੀਆਂ ਕਰਦੇ ਰਹਿੰਦੇ ਹਨ ਉਹਨਾਂ ਦੀਆਂ ਧੀਆਂ ਨੂੰ ਵੀ ਤੰਗ ਕੀਤਾ ਜਾਣਾ ਅਤੇ ਤਸੀਹੇ ਦੇਣਾ ਜਾਰੀ ਰਹਿੰਦਾ ਹੈ। ਜਦੋਂ ਰਿਸ਼ਤੇ ਦੀ ਤਾਣੀ ਉਲਝਦੀ ਹੈ ਤਾਂ ਵਿਆਹ ਦੇ ਪਹਿਲੇ ਕੁਝ ਦਿਨ ਵਿੱਚ ਹੀ ਉਲਝ ਜਾਂਦੀ ਹੈ ਅਤੇ ਨਿਰੰਤਰ ਉਲਝਦੀ ਚਲੀ ਜਾਂਦੀ ਹੈ। ਸਭ ਤੋਂ ਪਹਿਲਾਂ ਨੂੰਹ ਦਾ ਸਵੈਮਾਨ ਕੁਚਲਿਆ ਜਾਂਦਾ ਹੈ। ਉਸ ਦੀਆਂ ਲਿਆਂਦੀਆਂ ਚੀਜ਼ਾਂ ਨੂੰ ਨਨਾਣਾ ਅਤੇ ਸੱਸ ਨਫ਼ਰਤ ਦੀ ਨਜ਼ਰ ਨਾਲ ਵੇਖਦੀਆਂ ਹਨ ਅਤੇ ਦ੍ਰਿੜ ਕਰਵਾਉਂਦੀਆਂ ਹਨ ਕਿ ਨਾ ਅਕਲ ਤੇ ਨਾ ਸ਼ਕਲ, ਨਾ ਧਨ ਨਾ ਮਾਲ। ਇਸ਼ਾਰਿਆਂ ਵਿੱਚ ਕਿਹਾ ਜਾਂਦਾ ਹੈ, ਤੇਰੀ ਗਤੀ ਹੀ ਤਾਂ ਹੈ ਜੇ ਤੂੰ ਉਹ ਚੀਜ਼ਾਂ ਲਿਆਵੇਂ ਜਿਹੜੀਆਂ ਜੇ ਤੇਰੇ ਮਾਪੇ ਸਿਆਣੇ ਹੁੰਦੇ ਤਾਂ ਉਂਝ ਹੀ ਦੇ ਦਿੰਦੇ। ਇਸ ਸਥਿਤੀ ਵਿੱਚ ਗੋਡੇ ਟੇਕ ਦੇਣ ਵਾਲੀ ਨੂੰਹ ਕੁਝ ਚਿਰ ਤਾਂ ਮੰਗਾਂ ਪੂਰੀਆਂ ਕਰਦੀ ਹੈ ਪਰ ਫਿਰ ਅੜ ਖਲੋਂਦੀ ਹੈ। ਜਿਹੜੀਆਂ ਨੂੰਹਾਂ ਸਾੜੀਆਂ ਜਾਂਦੀਆਂ ਹਨ ਉਹ ਹੁੰਦੀਆਂ ਹਨ ਜਿਹੜੀਆਂ ਅੜਦੀਆਂ ਹਨ ਅਤੇ ਇਕੱਲੀਆਂ ਹੀ ਮੋਰਚੇ ਉੱਤੇ ਅਸਾਮੀ ਲੜਾਈ ਲਈ ਡਟਦੀਆਂ ਹਨ। ਇਸ ਬਗਾਵਤ ਨੂੰ ਅਕਸਰ ਸੱਸ ਅਤੇ ਪਤੀ ਵੱਲੋਂ ਹਰ ਹੀਲੇ ਕੁਚਲਣ ਦੀ ਵਿਉਂਤ ਬਣਾਈ ਜਾਂਦੀ ਹੈ। ਬੇਸਬਰਾ ਟੱਬਰ ਨੂੰਹ ਨੂੰ ਸਾੜਨ ਜਾਂ ਪਿੰਡ ਵਿੱਚ ਲੋਪ ਕਰਨ ਜਾਂ ਨਹਿਰ ਵਿੱਚ ਰੋੜ ਦੇਣ ਦੇ ਮਨਸੂਬੇ ਬਣਾਉਂਦਾ ਹੈ। ਰਿਸ਼ਤੇਦਾਰੀ ਵਿੱਚ ਜਾਂ ਆਪਣੇ ਹੀ ਧੰਦੇ ਵਾਲੇ ਲੋਕਾਂ ਵਿੱਚ ਵਿਆਹ ਕਰਨ ਨਾਲ ਕਿਸੇ ਹੱਦ ਤੱਕ ਉਪਰੋਕਤ ਸਮੱਸਿਆ ਨਹੀਂ ਉਪਜਦੀ, ਪਰ ਇਸ ਸਮੇਂ ਜੇ ਕੋਈ ਨੂੰਹ ਪੜ੍ਹਨ ਜਾਂ ਨੌਕਰੀ ਕਰਨ ਦੀ ਇੱਛਾ ਪ੍ਰਗਟਾਵੇ ਤਾਂ ਉਸ ਦੀ ਇਸ ਵਿਉਂਤ ਦੀ ਪਰਿਵਾਰ ਵੱਲੋਂ ਪੂਰਾ ਤਾਣਾ ਲਾ ਕੇ ਵਿਰੋਧਤਾ ਕੀਤੀ ਜਾਂਦੀ ਹੈ। ਪੜ੍ਹਨ ਜਾਂ ਨੌਕਰੀ ਕਰਨ ਦੀ ਇੱਛਾ ਨੂੰਹ ਵੱਲੋਂ ਜਿਉਂਦੇ ਰਹਿਣ ਦੀ ਵਿਉਂਤ ਹੁੰਦੀ ਹੈ, ਜਦੋਂ ਕਿ ਉਸ ਦਾ ਸਹੁਰਾ ਟੱਬਰ ਉਸ ਨੂੰ ਹਰ ਹਾਲਤ ਵਿੱਚ ਆਪਣੇ ਪਰਿਵਾਰ ਵਿੱਚੋਂ ਖਾਰਜ ਕਰਨ ਤੇ ਤੁਲਿਆ ਹੁੰਦਾ ਹੈ। ਸ਼ਹਿਰਾਂ ਵਿੱਚ ਨੂੰਹ ਤੋਂ ਛੁਟਕਾਰਾ ਪਾਉਣ ਦੇ ਕੰਮ ਨੂੰ ਘਰ ਅੰਦਰ ਹੀ ਨੇਪਰੇ ਚਾੜਿਆ ਜਾਂਦਾ ਹੈ, ਜਦੋਂ ਕਿ ਪਿੰਡਾਂ ਵਿੱਚ ਇਹ ਕੰਮ ਕਿਸੇ ਦੂਰ ਦੁਰਾਡੀ ਥਾਂ ਉੱਤੇ ਕੀਤਾ ਜਾਂਦਾ ਹੈ। ਅਜਿਹੀ ਸਾਜ਼ਿਸ਼ ਕਰਨ ਵਾਲਾ ਹਰ ਟੱਬਰ ਆਪਣੀ ਆਰਥਿਕ ਅਤੇ ਮਾਨਸਿਕ ਸਥਿਤੀ ਅਨੁਸਾਰ ਮਨਸੂਬੇ ਬਣਾਉਂਦਾ ਹੈ। ਸਾਰੀਆਂ ਨੂੰਹਾਂ ਸਾੜੀਆਂ ਨਹੀਂ ਜਾਂਦੀਆਂ, ਬਹੁਤ ਸਾਰੀਆਂ ਮਜਬੂਰ ਅਤੇ ਮਾਯੂਸ ਹੋ ਕੇ ਆਪ ਵੀ ਸੜਦੀਆਂ ਹਨ। ਭਾਵੇਂ ਉਹ ਆਪ ਹੀ ਕਿਉਂ ਨਾ ਸੜਨ, ਦੋਸ਼ੀ ਸਹੁਰੇ ਹੀ ਹੁੰਦੇ ਹਨ। ਪੜ੍ਹੀਆਂ ਲਿਖੀਆਂ ਨੂੰਹਾਂ ਦੀ ਵੱਡੀ ਗਿਣਤੀ ਆਪ ਸੜਦੀ ਹੈ। ਉਹਨਾਂ ਨੂੰ ਆਪਣੇ ਢਹਿ ਢੇਰੀ ਹੋਏ ਸੁਪਨੇ, ਹਨੇਰਾ ਭਵਿੱਖ, ਸਵੈਮਾਨ ਦੀ ਹਾਨੀ ਅਤੇ ਸਥਿਤੀ ਦੇ ਨਾ ਬਦਲਣ ਦੇ ਵਿਸ਼ਵਾਸ ਕਾਰਨ ਜਿਉਣ ਨਾਲੋਂ ਮਰਨਾ ਵਧੇਰੇ ਠੀਕ ਢੰਗ ਪ੍ਰਤੀਤ ਹੁੰਦਾ ਹੈ। ਉਹਨਾਂ ਨੂੰ ਅੰਤਾਂ ਦੀ ਸੋਚ ਸਤਾਉਂਦੀ ਹੈ। ਉਹ ਆਪਣੇ ਗਰੀਬ, ਨਿਆਸਰੇ, ਨਿਮਾਣੇ ਅਤੇ ਦੁਖੀ ਮਾਪਿਆਂ ਲਈ ਹੋਰ ਦੁੱਖਾਂ ਦਾ ਕਾਰਨ ਨਹੀਂ ਬਣਨਾ ਚਾਹੁੰਦੀਆਂ। ਉਹ ਆਪਣੇ ਮਾਪਿਆਂ ਨੂੰ ਅੰਤਾਂ ਦਾ ਪਿਆਰ ਕਰਦੀਆਂ ਹਨ ਅਤੇ ਉਹਨਾਂ ਲਈ ਸੱਚੀ ਮੁੱਚੀ ਜਾਨ ਕੁਰਬਾਨ ਕਰ ਦਿੰਦੀਆਂ ਹਨ। ਅਜਿਹੀਆਂ ਧੀਆਂ ਵਿੱਚ ਕੁਰਬਾਨੀ ਅਤੇ ਸ਼ਹੀਦੀ ਦੀ ਮਾਦਾ ਉਹਨਾਂ ਨੂੰ ਹਰਨਾਕਸ਼ਾਂ ਨਾਲ ਇਕੱਲਿਆਂ ਹੀ ਜੂਝ ਮਰਨ ਦੀ ਦਲੇਰੀ ਦਿੰਦਾ ਹੈ। ਨੂੰਹਾਂ ਦਾ ਸਾੜੇ ਜਾਣਾ ਸਾਡੀ ਸਮਾਜਿਕ ਵਿਵਸਥਾ ਉੱਤੇ ਬੜਾ ਗੰਭੀਰ ਕਲੰਕ ਹੈ।
ਉਹੀ ਪਰਿਵਾਰ ਨੂੰਹਾਂ ਸਾੜਦੇ ਹਨ ਜਿਨ੍ਹਾਂ ਕੋਲ ਸਵੈ ਵਿਸ਼ਵਾਸ ਨਹੀਂ ਹੁੰਦਾ ਅਤੇ ਵਿਕਾਸ ਦੀ ਕੋਈ ਵਿਉਂਤ ਨਹੀਂ ਹੁੰਦੀ। ਦੂਜੇ ਪਾਸੇ ਜੀਵਨ ਦਾ ਤਜਰਬਾ ਦੱਸਦਾ ਹੈ ਕਿ ਜਿਸ ਪਰਿਵਾਰ ਨੇ ਵੀ ਨੂੰਹ ਨੂੰ ਆਪਣੀ ਧੀ ਸਮਝਿਆ ਹੈ ਉਹੀ ਪਰਿਵਾਰ ਸੁਖੀ ਅਤੇ ਖੁਸ਼ਹਾਲ ਹੋਇਆ ਹੈ। ਸੋ ਦੋਸਤੋ, ਇਸ ਦੇ ਨਾਲ ਹੀ ਇਹ ਲੇਖ ਖਤਮ ਹੁੰਦਾ ਹੈ। ਫਿਰ ਮਿਲਾਂਗੇ ਆਪਾਂ ਨਵੇਂ ਲੇਖ ਨਾਲ। ਧੰਨਵਾਦ।